ਸਵਾਗਤ ਹੈ ਜੀ ਤੁਹਾਡਾ ਸਭ ਦਾ ਮੇਰੇ ਇਸ YouTube ਚੈਨਲ ਤੇ ਜਿਸ ਦਾ ਨਾਮ ਹੈ ਟੌਪ ਮਾਈਂਡ ਐਜੂਕੇਸ਼ਨ। ਸੋ ਇਸ ਦੇ ਜ਼ਰੀਏ ਵਿਦਿਆਰਥੀਆਂ ਨੂੰ ਆਨਲਾਈਨ ਸਿਲੇਬਸ ਕਰਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਸੋ ਸਭ ਤੋਂ ਪਹਿਲੇ ਚੈਨਲ ਨੂੰ ਸਬਸਕ੍ਰਾਈਬ ਕਰੋ, ਵੀਡੀਓ ਨੂੰ ਲਾਈਕ ਕਰੋ ਤੇ ਆਪਣੇ ਦੋਸਤਾਂ ਨਾਲ ਸ਼ੇਅਰ ਕਰੋ। ਸੋ ਸ਼ੁਰੂ ਕਰਦੇ ਹਾਂ ਅੱਜ ਦਾ ਟੌਪਿਕ। ਸੋ ਅੱਜ ਦਾ ਜੋ ਟੌਪਿਕ ਹੈ ਆਪਾਂ ਕਰਨ ਜਾ ਰਹੇ ਹਾਂ ਕਾਵਿ ਰੰਗ ਕਿਤਾਬ ਦੇ ਵਿੱਚੋਂ ਕਵਿਤਾਵਾਂ ਵਾਲਾ ਟੌਪਿਕ ਸ਼ੁਰੂ ਕਰਨ ਜਾ ਰਹੇ ਹਾਂ। ਤਾਂ ਇਸ ਦੇ ਵਿੱਚ 6 ਕਵੀ ਹੈ ਜਿਨ੍ਹਾਂ ਦੀਆਂ ਕਵਿਤਾਵਾਂ ਆਪਣੇ ਕੋਲ ਦਿੱਤੀਆਂ ਗਈਆਂ ਹਨ। ਤਾਂ ਸਭ ਤੋਂ ਪਹਿਲੇ ਜੋ ਕਵੀ ਹੈ ਗੁਰੂ ਰਾਮਦਾਸ ਜੀ, ਗੁਰੂ ਕਵੀ, ਉਹਨਾਂ ਦੀਆਂ ਰਚਨਾਵਾਂ ਪੜ੍ਹਾਂਗੇ, ਉਹਨਾਂ ਦੇ ਪ੍ਰਸੰਗ ਵਿਆਖਿਆ। ਤਾਂ ਇਸ ਚੀਜ਼ ਨੂੰ ਨੋਟ ਕਰ ਲਓ ਕਿ ਪੇਪਰ ਦੇ ਵਿੱਚ ਜੋ ਇਸ ਦੇ ਵਿੱਚੋਂ ਪ੍ਰਸ਼ਨ ਉੱਤਰ ਆਉਣਗੇ ਉਹ ਸਿਰਫ ਪ੍ਰਸੰਗ ਵਿਆਖਿਆ ਨਾਲ ਸੰਬੰਧਿਤ ਹੀ ਆਉਣਗੇ। ਹੋਰ ਕੋਈ ਵੀ ਪ੍ਰਸ਼ਨ ਉੱਤਰ ਕਵਿਤਾਵਾਂ ਨਾਲ ਸੰਬੰਧਿਤ ਪੇਪਰ ਵਿੱਚ ਨਹੀਂ ਪੁੱਛਿਆ ਜਾਏਗਾ। ਤਾਂ ਸਭ ਤੋਂ ਪਹਿਲੇ ਗੁਰੂ ਜੀ ਦੀ ਸ਼ਖਸੀਅਤ ਬਾਰੇ ਕਹਿੰਦੇ ਗੁਰੂ ਰਾਮਦਾਸ ਜੀ ਦਾ ਜਨਮ ਚੂਨਾ ਮੰਡੀ ਵਿਖੇ ਲਾਹੌਰ ਵਿਖੇ ਪਿਤਾ ਹਰੀਦਾਸ ਅਤੇ ਮਾਤਾ ਦਇਆ ਕੌਰ ਦੇ ਘਰ ਹੋਇਆ। ਸੋ ਉਹਨਾਂ ਜੋ ਜੀਵਨ ਕਾਲ ਸੀ ਇਹਦੇ ਵਿੱਚ ਲਿਖਿਆ ਨਹੀਂ ਗਿਆ, ਇਹ ਤੁਸੀਂ ਨੋਟ ਕਰ ਲਓ। 1534 ਤੋਂ ਲੈ ਕੇ 1581 ਈਸਵੀ ਤੱਕ। ਸੋ ਇਹ ਸੀ ਉਹਨਾਂ ਦਾ ਜੀਵਨ ਕਾਲ। ਤਾਂ ਉਸ ਤੋਂ ਅੱਗੇ ਆਪਾਂ ਪੜ੍ਹਦੇ ਹਾਂ। ਆਪ ਨਿਮਰਤਾ ਦੀ ਮੂਰਤ, ਵਿਦਿਆ, ਕਲਾ, ਕਵਿਤਾ, ਸੰਗੀਤ ਅਤੇ ਸ਼ਿਲਪ ਦੇ ਪ੍ਰੇਮੀ, ਦਇਆ, ਪ੍ਰੇਮ ਤੇ ਉਦਾਰਤਾ ਦੇ ਪ੍ਰਤੀਕ ਸਨ। ਆਪ ਜੀ ਨੇ ਗੁਰੂ ਰਾਮਦਾਸਪੁਰ ਚੱਕ ਵਸਾਇਆ। ਇਸ ਨੂੰ ਪਹਿਲੇ ਰਾਮਦਾਸਪੁਰਾ ਵੀ ਕਿਹਾ ਜਾਂਦਾ ਸੀ, ਜਿਸ ਨੂੰ ਕਿ ਅੱਜ ਸ੍ਰੀ ਅੰਮ੍ਰਿਤਸਰ ਸਾਹਿਬ ਕਿਹਾ ਜਾਂਦਾ ਹੈ। ਗੁਰੂ ਰਾਮਦਾਸ ਜੀ ਨੇ ਆਪਣੀ ਬਾਣੀ ਰਾਹੀਂ ਅਮੀਰ ਵਿਰਸੇ ਦੀ ਸੰਭਾਲ ਕੀਤੀ। ਗੁਰੂ ਜੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ 31 ਰਾਗਾਂ ਵਿੱਚੋਂ ਟੋਟਲ 29 ਰਾਗਾਂ ਵਿੱਚ ਬਾਣੀ ਦੀ ਰਚਨਾ ਕੀਤੀ। ਸੋ ਇਸ ਚੀਜ਼ ਨੂੰ ਨੋਟ ਕਰ ਲੈਣਾ ਕਿ ਇਹ ਜੋ ਲਿਖਿਆ ਗਿਆ ਇੱਥੇ ਇਹ ਗਲਤ ਹੈ। ਇਸ ਨੂੰ 29 ਪੜ੍ਹਨਾ। 29 ਰਾਗਾਂ ਦੇ ਵਿੱਚ ਬਾਣੀ ਜੋ ਹੈ ਉਹਨਾਂ ਦੀ ਦਰਜ ਕੀਤੀ ਹੋਈ ਮਿਲਦੀ ਹੈ, ਜੋ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦਰਜ ਹੈ। ਸੋ ਆਪ ਜੀ ਨੇ ਪੱਦਿਆਂ, ਅਸ਼ਟਪਦੀਆਂ, ਛੰਦਾਂ, ਸ਼ਲੋਕਾਂ ਦੇ ਨਾਲ ਨਾਲ ਪਹਿਰੇ, ਵਣਜਾਰਾ, ਕਰਹਲੇ, ਘੋੜੀਆਂ ਅਤੇ ਅਠਵਾਰਾਂ ਦੀ ਰਚਨਾ ਵੀ ਕੀਤੀ। ਆਪ ਜੀ ਦੀ ਬਾਣੀ ਦੀ ਵਿਲੱਖਣਤਾ ਉਸ ਵਿਚਲਾ ਸਰੋਂਦੀ ਅੰਸ਼ ਹੈ। ਆਪ ਜੀ ਦੀਆਂ ਰਚਨਾਵਾਂ ਦਾ ਆਕਾਰ ਛੋਟਾ ਹੈ ਪਰ ਤੁਕ ਪ੍ਰਬੰਧ ਜ਼ਿਆਦਾ ਲੰਬਾ ਹੈ। ਆਪ ਜੀ ਦੀ ਬਾਣੀ ਵਿੱਚ ਗੁਰਬਾਣੀ, ਗੁਰਸਿੱਖਾਂ ਪ੍ਰਤੀ ਅਪਾਰ ਸ਼ਰਧਾ ਅਤੇ ਵਿਸ਼ੇਸ਼ ਝਲਕ ਮਿਲਦੀ ਹੈ। ਆਪ ਜੀ ਨੇ ਆਪਣੀ ਬਾਣੀ ਵਿੱਚ ਗੁਰਸਿੱਖ ਅਤੇ ਮਨਮੁਖ ਦੇ ਅੰਤਰ ਨੂੰ ਵੀ ਖੋਲ੍ਹ ਕੇ ਸਮਝਾਇਆ ਹੈ। ਆਪ ਜੀ ਨੇ ਅਰਦਾਸ ਦੀ ਮਹੱਤਤਾ ਉੱਤੇ ਜ਼ੋਰ ਦਿੱਤਾ ਹੈ ਅਤੇ ਸਿੱਖਾਂ ਨੂੰ ਪ੍ਰੇਰਨਾ ਦਿੱਤੀ ਹੈ ਕਿ ਕਿਸੇ ਵੀ ਕੰਮ ਦੀ ਆਰੰਭਤਾ ਸਮੇਂ ਆਪ ਹੀ ਪ੍ਰਭੂ ਅੱਗੇ ਅਰਦਾਸ ਕਰਿਆ ਕਰੋ। ਸੋ ਉਹਨਾਂ ਦੀ ਬਾਣੀ ਦੀਆਂ ਜੋ ਤੁਕਾਂ ਲਿਖੀਆਂ ਗਈਆਂ ਹਨ, ਕੀਤਾ ਲੋੜੀਏ ਕੰਮ ਸੋ ਹਰ ਪੈ ਆਖੀਏ। ਸੋ ਉਹਨਾਂ ਨੇ ਸਮਾਜ ਸੁਧਾਰ ਦਾ ਕਾਰਜ ਵੀ ਆਪ ਦੀ ਰਚਨਾ ਵਿੱਚ ਸਪਸ਼ਟ ਨਜ਼ਰ ਆਉਂਦਾ ਹੈ, ਯਾਨੀ ਕਿ ਉਹਨਾਂ ਨੇ ਸਮਾਜ ਸੁਧਾਰ ਦੇ ਬਹੁਤ ਸਾਰੇ ਕੰਮ ਜੋ ਹੈ ਕੀਤੇ ਸਨ। ਇਹ ਸੀ ਉਹਨਾਂ ਦੇ ਜੀਵਨ ਬਾਰੇ ਚਰਚਾ। ਇਸ ਤੋਂ ਅੱਗੇ ਜੋ ਕਵਿਤਾ ਅੱਜ ਆਪਾਂ ਕਰਾਂਗੇ, ਇੱਛਾ ਪੂਰਕ ਸਰਬ ਸੁਖ ਦਾਤਾ। ਤਾਂ ਇਸ ਕਵਿਤਾ ਵਿੱਚ ਕੀ ਬਿਆਨ ਕੀਤਾ ਗਿਆ ਹੈ ਕਿ ਸਾਡੀਆਂ ਸਾਰੀਆਂ ਇੱਛਾਵਾਂ ਦੀ ਪੂਰਤੀ ਕਰਨ ਵਾਲਾ ਕੌਣ ਹੈ? ਸਰਬ ਸੁਖ ਦਾਤਾ, ਯਾਨੀ ਕਿ ਸਰਵ ਸ਼ਕਤੀਵਾਨ ਪਰਮਾਤਮਾ ਜੋ ਹੈ ਕਿ ਸਾਡੀਆਂ ਸਾਰੀਆਂ ਇੱਛਾਵਾਂ ਦੀ ਪੂਰਤੀ ਕਰਦਾ ਹੈ। ਤਾਂ ਇਸ ਵਿੱਚ ਕੀ ਵਰਣਨ ਕੀਤਾ ਗਿਆ ਹੈ ਕਿ ਇੱਛਾ ਪੂਰਕ ਸਰਬ ਸੁਖ ਦਾਤਾ ਹਰ ਜਾ ਕੇ ਵਸ ਹੈ ਕਾਮ ਤੇ ਨਾ। ਸੋ ਇਹਦੇ ਵਿੱਚ ਵਰਣਨ ਕੀਤਾ ਗਿਆ ਕਿ ਸਾਡੀਆਂ ਸਾਰੀਆਂ ਇੱਛਾਵਾਂ ਦੀ ਪੂਰਤੀ ਕਰਨ ਵਾਲਾ ਸਰਵ ਸ਼ਕਤੀਵਾਨ ਪਰਮਾਤਮਾ ਹੈ। ਉਹ ਹਰ ਇੱਕ ਇੱਛਾ ਸਾਡੀ ਪੂਰੀ ਕਰਦਾ ਹੈ। ਇਸ ਚੀਜ਼ ਨੂੰ ਨੋਟ ਕਰਨਾ, ਹਰ ਜਾ ਕੇ ਵਸ ਹੈ ਕਾਮ ਤੇ ਨਾ। ਕਾਮ ਤੇ ਨਾ ਕੀ ਹੈ? ਇੱਕ ਮਿੱਥ ਅਨੁਸਾਰ ਕਿਹਾ ਜਾਂਦਾ ਹੈ ਕਿ ਸਵਰਗ ਦੇ ਵਿੱਚ ਇੱਕ ਕਾਮ ਤੇ ਨਾ ਨਾਮ ਦੀ ਇੱਕ ਗਊ ਹੈ, ਜੋ ਕਿ ਮੌਤ ਤੋਂ ਬਾਅਦ ਸਵਰਗ ਵਿੱਚ ਜਾਣ ਵਾਲੇ ਲੋਕਾਂ ਦੀ ਇੱਛਾ ਨੂੰ ਪੂਰਨ ਕਰਦੀ ਹੈ। ਤਾਂ ਇਸ ਕਰਕੇ ਗੁਰੂ ਜੀ ਕੀ ਕਹਿੰਦੇ ਹਨ ਕਿ ਇੱਛਾ ਪੂਰਕ ਸਰਬ ਸੁਖ ਦਾਤਾ ਹਰ ਜਾ ਕੇ ਵਸ ਹੈ ਕਾਮ ਤੇ ਨਾ। ਸੋ ਇਸ ਧਰਤੀ ਦੇ ਉੱਪਰ ਵੀ ਸਾਡੀਆਂ ਸਾਰੀਆਂ ਇੱਛਾਵਾਂ ਦੀ ਪੂਰਤੀ ਕੌਣ ਕਰਦਾ ਹੈ? ਸਰਵ ਸ਼ਕਤੀਮਾਨ ਪਰਮਾਤਮਾ ਕਰਦਾ ਹੈ। ਪਰ ਸਾਡੀ ਮੌਤ ਤੋਂ ਬਾਅਦ ਵੀ ਸਵਰਗ ਦੇ ਵਿੱਚ ਜਾ ਕੇ ਉਸਨੇ ਇੱਕ ਗਊ, ਕਾਮ ਤੇ ਨਾ ਨਾਮ ਦੀ ਜੋ ਹੈ ਗਊ ਹੈ ਰੱਖੀ ਹੋਈ ਹੈ, ਜੋ ਸਾਡੀਆਂ ਇੱਛਾਵਾਂ ਦੀ ਪੂਰਤੀ ਮੌਤ ਤੋਂ ਬਾਅਦ ਵੀ ਕਰਦੀ ਹੈ। ਤਾਂ ਅੱਗੇ ਕੀ ਕਹਿੰਦੇ ਆ? ਕਹਿੰਦੇ ਸੋ ਐਸਾ ਹਰ ਧਿਆਈਏ ਮੇਰੇ ਜੀੜੇ ਤਾਂ ਸਰਬ ਸੁਖ ਪਾਵੇ ਮੇਰੇ ਮਨਾ। ਸੋ ਗੁਰੂ ਜੀ ਕਹਿੰਦੇ ਆ ਕਿ ਹੇ ਮੇਰੇ ਮਨ,
हे मेरे जीड़े ऐसे तरीके नाल हर दा सिमरन करो, परमात्मा दा सिमरन करो ताकि सारे दे सारे सुख जिहड़े तुहानूं मिल जाण। क्योंकि जदों असीं मन दे नाल, तन दे नाल, धन दे नाल परमात्मा दा सिमरन करांगे ਤਾਂ ਆਪਣੇ ਆਪ ਹੀ ਸਾਡੇ ਕੋਲ ਜਿਹੜਾ ਗੁਰੂ ਦੀ ਕਿਰਪਾ ਦੁਆਰਾ ਸਾਰੇ ਸੁੱਖ ਮਿਲ ਜਾਣਗੇ। ਸੋ ਅੱਗੇ ਕਹਿੰਦੇ ਕਿ ਜਪ ਮਨ ਸਤਨਾਮ ਸਦਾ ਸਤਨਾਮ। ਤਾਂ ਗੁਰੂ ਜੀ ਕਹਿੰਦੇ ਆਪਣੇ ਮਨ ਨੂੰ ਸਮਝਾਉਂਦੇ ਹੋਏ ਕਹਿ ਰਹੇ ਆ ਕਿ ਹੇ ਮੇਰੇ ਮਨ ਸਦਾ ਸਤਨਾਮ ਦਾ ਜਾਪ ਹੀ ਤੂੰ ਕਰਦਾ ਰਿਹਾ ਕਰ, ਕਿਉਂਕਿ ਉਸ ਨੂੰ ਆਪਣੇ ਮਨ ਦੇ ਵਿੱਚੋਂ ਕਦੇ ਵੀ ਵਿਸਾਰਨ ਦੀ ਤੂੰ ਭੁੱਲ ਨਹੀਂ ਕਰਨੀ। ਅੱਗੇ ਵਰਣਨ ਕਰਦੇ ਆ ਹਲਤ ਭਲਤ ਮੁਖ ਉਜਲ ਹੋਏ। ਹਲਤ ਭਲਤ ਕੀ ਹੈ ਕਿ ਇਸ ਲੋਕ ਤੇ ਪਰਲੋਕ ਦੇ ਵਿੱਚ, ਇਸ ਲੋਕ ਯਾਨੀ ਕਿ ਧਰਤੀ ਦੇ ਵਿੱਚ ਔਰ ਮੌਤ ਤੋਂ ਬਾਅਦ ਲੋਕ ਪਰਲੋਕ ਦੇ ਵਿੱਚ ਮੁੱਖ ਉਜਲ ਯਾਨੀ ਕਿ ਸਾਡੀ ਇੱਜ਼ਤ ਜਿਹੜੀ ਵੱਧਦੀ, ਉਜਲ ਹੋਣਾ, ਇੱਜ਼ਤ ਔਰ ਮਾਨ ਸਨਮਾਨ ਵਧਣਾ। ਤਾਂ ਜਦੋਂ ਅਸੀਂ ਪ੍ਰਮਾਤਮਾ ਦਾ ਸਿਮਰਨ ਕਰਾਂਗੇ, ਉਹਦਾ ਨਾਮ ਧਿਆਵਾਂਗੇ ਤਾਂ ਆਪਣੇ ਆਪ ਕੀ ਹੋਏਗਾ ਕਿ ਸਾਡਾ ਲੋਕ ਪਰਲੋਕ ਦੇ ਵਿੱਚ ਇੱਜ਼ਤ ਮਾਣ ਜਿਹੜੀ ਹੈ ਵਧੇਗੀ। ਇਸ ਕਰਕੇ ਗੁਰੂ ਜੀ ਕਹਿੰਦੇ ਹਨ ਨਿਤ ਧਿਆਈਏ ਹਰ ਪੁਰਖ ਨਿਰੰਜਨਾ। ਪੁਰਖ ਨਿਰੰਜਨਾ ਕਿਹਨੂੰ ਕਿਹਾ ਗਿਆ ਕਿ ਜਿਹੜਾ ਕਿ ਸਾਰਾ ਕੁਝ ਜਾਣਦਾ ਹੈ, ਸਾਡੀਆਂ ਇੱਛਾਵਾਂ ਨੂੰ ਜਾਣਦਾ ਹੈ, ਸਾਨੂੰ ਜਿਹੜਾ ਸਮਝਣਾ ਜਾਣਦਾ ਹੈ, ਕਿਸ ਤਰੀਕੇ ਨਾਲ ਸਾਨੂੰ ਉਹਨੇ ਕਿਸ ਜਗ੍ਹਾ ਦੇ ਉੱਪਰ ਸੈੱਟ ਕਰਨਾ, ਇਹ ਸਾਰੀਆਂ ਚੀਜ਼ਾਂ ਬਾਰੇ ਸਰਵ ਸ਼ਕਤੀਮਾਨ ਪਰਮਾਤਮਾ ਹੀ ਜਾਣਦਾ ਹੈ। ਇਸ ਕਰਕੇ ਕਹਿੰਦੇ ਆ ਹਲਤ ਪਲਤ ਮੁਖ ਉਜਲ ਹੋਈ ਹੈ ਨਿਤ ਧਿਆਈਏ ਹਰ ਪੁਰਖ ਨਿਰੰਜਨਾ ਰਹਾਓ। ਤਾਂ ਇਸ ਤਰੀਕੇ ਨਾਲ ਗੁਰੂ ਜੀ ਕਹਿ ਰਹੇ ਹਲਤ ਪਲਤ ਯਾਨੀ ਕਿ ਲੋਕ ਪਰਲੋਕ ਤਾਂ ਹੀ ਸਾਡਾ ਇੱਜ਼ਤ ਮਾਣ ਵਧੇਗਾ ਜੇਕਰ ਅਸੀਂ ਉਸ ਪਰਮਾਤਮਾ ਨੂੰ ਸਰਵ ਸ਼ਕਤੀਮਾਨ ਪਰਮਾਤਮਾ ਦੀ ਜਿਹੜੀ ਹੈ ਆਰਾਧਨਾ ਕਰੀਏ। ਇਹ ਕਹਿੰਦੇ ਆ ਜੈ ਹਰ ਸਿਮਰਨ ਭਿਆ ਤੈ ਉਪਾਦੀ ਕੀਰਤੀ ਉਪਾਦੀ ਗਤ ਕੀਤੀ ਵਡਭਾਗੀ ਹਰ ਜਪਨਾ। ਕਹਿੰਦੇ ਕਿ ਜੇ ਹਰ ਸਿਮਰਨ ਭਿਆ, ਜਿਵੇਂ ਤੂੰ ਸਿਮਰਨ ਕਰੇਗਾ ਯਾਨੀ ਕਿ ਜਿੰਨਾ ਤੂੰ ਜ਼ਿਆਦਾ ਸਿਮਰਨ ਕਰੇਗਾ ਉਸੇ ਤਰੀਕੇ ਦੀ ਉਪਾਦੀ ਤੈਨੂੰ ਮਿਲੇਗੀ। ਉਹਨੇ ਲਿਖਿਆ ਨਾ ਕਿ ਗਤ ਕੀਨੀ ਵਡਭਾਗੀ ਯਾਨੀ ਕਿ ਜਿੰਨਾ ਜ਼ਿਆਦਾ ਸਿਮਰਨ ਕਰੇਗਾ ਉਨੇ ਹੀ ਤੇਰੇ ਭਾਗ ਜਿਹੜੇ ਵੱਡੇ ਹੋਣਗੇ, ਉਨਾ ਹੀ ਸਿਮਰਨ ਤੇਰਾ ਜਿਹੜਾ ਕਿਸੇ ਨਾ ਕਿਸੇ ਲੇਖੇ ਲੱਗੇਗਾ ਔਰ ਪਰਮਾਤਮਾ ਦੀ ਸਰਵ ਸ਼ਕਤੀਮਾਨ ਪਰਮਾਤਮਾ ਦੀ ਜਿਹੜੀ ਹੈ ਕਿਰਪਾ ਤੇਰੇ ਉੱਪਰ ਹੋਏਗੀ। ਇਸ ਕਰਕੇ ਕਹਿੰਦੇ ਕਿ ਜੈ ਹਰ ਸਿਮਰਨ ਭਿਆ, ਜਿਸ ਤਰੀਕੇ ਦਾ ਤੂੰ ਸਿਮਰਨ ਪਾਵੇਂਗਾ, ਸਿਮਰਨ ਕਰੇਗਾ, ਉਸ ਤਰੀਕੇ ਦੀ ਉਪਾਦੀ ਤੈਨੂੰ ਦਿੱਤੀ ਜਾਏਗੀ, ਉਸੇ ਤਰੀਕੇ ਦੀ ਸ਼ੋਭਾ ਜਿਹੜੀ ਹੈ ਤੇਰੀ ਹੋਵੇਗੀ, ਵਧੇਗੀ, ਉਸੇ ਤਰੀਕੇ ਦੇ ਤੇਰੇ ਵਡਭਾਗ ਹੋਣਗੇ, ਚੰਗੇ ਹੋਣਗੇ, ਮਾੜੇ ਹੋਣਗੇ, ਇਹ ਤੂੰ ਆਪ ਹੀ ਪਰਮਾਤਮਾ ਦਾ ਸਿਮਰਨ ਕਰਕੇ ਲਿਖਣੇ ਹਨ। ਕਹਿੰਦੇ ਜਨ ਨਾਨਕ ਕੋ ਗੁਰ ਇਹ ਮਤ ਦੀਨੀ। ਤਾਂ ਹੁਣ ਕੀ ਕਹਿੰਦੇ ਆ ਗੁਰੂ ਜੀ, ਗੁਰੂ ਰਾਮਦਾਸ ਜੀ ਗੁਰੂ ਨਾਨਕ ਸਾਹਿਬ ਦੀ ਉਦਾਹਰਨ ਦਿੰਦੇ ਹੋਏ ਕਹਿ ਰਿਹਾ ਕਿ ਗੁਰੂ ਨਾਨਕ ਸਾਹਿਬ ਨੇ ਵੀ ਇਹੀ ਮਤ ਦਿੱਤੀ ਸੀ। ਕਿਹੜੀ ਮਤ ਦਿੱਤੀ ਸੀ ਕਿ ਜਪ ਹਰ ਪਵਜਲ ਤਰਨਾ, ਕਿ ਜੇਕਰ ਤੂੰ ਇਸ ਸਮੁੰਦਰ ਦੁਨੀਆ ਰੂਪੀ ਸਮੁੰਦਰ ਨੂੰ ਪਾਰ ਕਰਨਾ ਹੈ, ਇਸ ਨੂੰ ਤੈਰ ਕੇ ਪਾਰ ਕਰਨਾ ਹੈ, ਤਾਂ ਇੱਕੋ ਇੱਕ ਰਸਤਾ ਹੈ ਕਿ ਤੂੰ ਪਰਮਾਤਮਾ ਦਾ ਸਿਮਰਨ ਕਰਦਾ ਰਹਿ, ਪਰਮਾਤਮਾ ਦਾ ਨਾਮ ਜੋ ਹੈ ਜਪਦਾ ਰਹਿ। ਤਾਂ ਇਸੇ ਤਰੀਕੇ ਨਾਲ ਇਸ ਰਚਨਾ ਦੇ ਵਿੱਚ ਪਰਮਾਤਮਾ ਦਾ ਸਿਮਰਨ ਕਰਨ ਦੀ ਹੀ ਗੱਲ ਕੀਤੀ ਗਈ ਹੈ ਕਿ ਹੇ ਮੇਰੇ ਮਨ, ਹੇ ਮੇਰੇ ਜੀੜੇ, ਆਪਣੇ ਮਨ ਨੂੰ ਸਮਝਾਇਆ ਗਿਆ ਕਿ ਤੂੰ ਪਰਮਾਤਮਾ ਦਾ ਨਾਮ ਜੋ ਜਪਦਾ ਰਹਿ, ਪਰਮਾਤਮਾ ਦਾ ਸਿਮਰਨ ਜੋ ਹੈ ਕਰਦਾ ਰਹਿ। ਤਾਂ ਇਸ ਦੇ ਵਿੱਚ ਇੱਕ ਜੋ ਮੇਨ ਸਮੱਸਿਆ ਆਉਂਦੀ ਹੈ ਕਿ ਪ੍ਰਸੰਗ ਲਿਖਣਾ ਹੈ। ਤੁਸੀਂ ਵਿਆਖਿਆ ਕਵਿਤਾ ਦੀਆਂ ਲਾਈਨਾਂ ਨੂੰ ਦੇਖ ਕੇ ਹੀ ਕਰੋਗੇ ਜਿਸ ਤਰੀਕੇ ਨਾਲ ਕਵਿਤਾ ਦੀਆਂ ਲਾਈਨਾਂ ਦਿੱਤੀਆਂ ਹੋਈਆਂ ਨੇ, ਪਰ ਪ੍ਰਸੰਗ ਕਿਵੇਂ ਲਿਖਣਾ ਹੈ ਉਹ ਤੁਹਾਨੂੰ ਇਸ ਵੀਡੀਓ ਦੇ ਵਿੱਚ ਦੱਸਣ ਜਾ ਰਹੇ ਹਾਂ। ਪ੍ਰਸੰਗ ਤੁਸੀਂ ਕਿਵੇਂ ਲਿਖੋਗੇ? ਪ੍ਰਸੰਗ ਇਸ ਦੇ ਵਿੱਚ ਕੀ ਹੁੰਦਾ ਕਿ ਸਭ ਤੋਂ ਪਹਿਲੇ ਆਪਾਂ ਕਾਵ ਸੰਗ੍ਰਹਿ ਲਿਖਣਾ ਹੁੰਦਾ, ਕਿਉਂਕਿ ਜਿਹੜੀ ਸਾਡੀ ਕਿਤਾਬ ਹੈ ਉਹ ਇੱਕ ਕਾਵ ਸੰਗ੍ਰਹਿ ਹੈ। ਕਈ ਬੱਚੇ ਇਸ ਨੂੰ ਲਿਖਣ ਦੀ ਗਲਤੀ ਕਰਦੇ ਆ ਪਾਠ ਪੁਸਤਕ। ਇਸ ਨੂੰ ਪਾਠ ਪੁਸਤਕ ਨਹੀਂ ਕਹਿ ਸਕਦੇ ਕਿਉਂਕਿ ਇਹ ਕੀ ਹੈ, ਇੱਕ ਕਾਵ ਸੰਗ੍ਰਹਿ ਹੈ। ਇਸ ਨੂੰ ਕਾਵ ਸੰਗ੍ਰਹਿ ਹੀ ਲਿਖਣਾ ਹੈ। ਕਾਵ ਸੰਗ੍ਰਹਿ ਕੀ ਹੁੰਦਾ ਕਿ ਜਿਸ ਵਿੱਚ ਕਵਿਤਾਵਾਂ ਦਰਜ ਹੋਣ, ਉਸ ਨੂੰ ਕਾਵ ਸੰਗ੍ਰਹਿ ਦਾ ਨਾਮ ਦਿੱਤਾ ਜਾਂਦਾ ਹੈ। ਤਾਂ ਪ੍ਰਸੰਗ ਕਿਸ ਤਰੀਕੇ ਨਾਲ ਆਪਾਂ ਲਿਖਾਂਗੇ? ਇਹ ਕਾਵ ਟੋਟਾ, ਕਾਵ ਸੰਗ੍ਰਹਿ, ਕਾਵ ਰੰਗ। ਹੁਣ ਆਪਣੇ ਕੋਲ ਕਿਤਾਬ ਕਿਹੜੀ ਹੈ? ਕਾਵ ਰੰਗ। ਕਾਵ ਰੰਗ ਦੇ ਨਾਮ ਦੀ ਕਿਤਾਬ ਦੇ ਵਿੱਚ ਇਹ ਆਪਣੇ ਕੋਲ ਸਿਲੇਬਸ ਦੇ ਵਿੱਚ ਜੋ ਕਵਿਤਾਵਾਂ ਦਿੱਤੀਆਂ ਗਈਆਂ ਹਨ।
ਕਾਵਰੰਗ ਕਾਵ ਸੰਗ੍ਰਹਿ ਕਾਵਰੰਗ ਵਿੱਚ ਦਰਜ ਗੁਰੂ ਰਾਮਦਾਸ ਜੀ ਦੀ ਰਚਨਾ ਇੱਛਾ ਪੂਰਕ ਸਰਬ ਸੁਖ ਦਾਤਾ ਵਿੱਚੋਂ ਲਿਆ ਗਿਆ ਹੈ। ਉਸ ਤੋਂ ਬਾਅਦ ਰਚਨਾ ਦਾ ਨਾਮ ਲਿਖਣਾ ਹੈ, ਕਵੀ ਦਾ ਨਾਮ ਲਿਖਣਾ ਹੈ, ਤਾਂ ਉਸ ਰਚਨਾ ਦੇ ਵਿੱਚੋਂ ਦੱਸਣਾ ਹੈ ਕਿ ਇਸ ਰਚਨਾ ਦੇ ਵਿੱਚੋਂ ਇਹ ਵਾਲਾ ਕਾਵ ਟੋਟਾ ਜੋ ਲਿਆ ਗਿਆ ਹੈ। ਉਸ ਤੋਂ ਬਾਅਦ ਦੱਸਣਾ ਹੈ ਕਿ ਇਸ ਰਚਨਾ ਵਿੱਚ ਦੱਸਿਆ ਕੀ ਗਿਆ, ਬਿਆਨ ਕੀ ਕੀਤਾ ਗਿਆ ਹੈ। ਇਸ ਰਚਨਾ ਵਿੱਚ ਗੁਰੂ ਜੀ ਨੇ ਪਰਮਾਤਮਾ ਦੇ ਨਾਮ ਸਿਮਰਨ ਦੀ ਵਡਿਆਈ ਕੀਤੀ ਹੈ ਅਤੇ ਨਾਮ ਦੀ ਮਹਿਮਾ ਦਾ ਗੁਣਗਾਨ ਕੀਤਾ ਹੈ। ਤਾਂ ਇਹੀ ਸੰਦੇਸ਼ ਦਿੱਤਾ ਹੈ ਇਸ ਕਵਿਤਾ ਦੇ ਵਿੱਚ, ਇਸ ਰਚਨਾ ਦੇ ਵਿੱਚ ਕਿ ਹੇ ਮੇਰੇ ਮਨ, ਤੂੰ ਆਪਣੇ ਮਨ ਨੂੰ ਪਰਮਾਤਮਾ ਦੇ ਨਾਮ ਦੇ ਨਾਲ ਜੋੜ ਲੈ। ਅਤੇ ਇਸ ਦੀ ਜੋ ਤੁਸੀਂ ਵਿਆਖਿਆ ਕਰਨੀ ਹੈ ਉਹ ਤੁਸੀਂ ਲਾਈਨਾਂ ਦੇਖ ਕੇ, ਜਿਸ ਤਰੀਕੇ ਨਾਲ ਤੁਹਾਨੂੰ ਵਿਆਖਿਆ ਸਮਝਾਈ ਗਈ ਹੈ, ਇੱਕ ਇੱਕ ਲਾਈਨ ਪੜ੍ਹ ਕੇ ਉਸੇ ਤਰੀਕੇ ਨਾਲ ਉਸ ਦੀ ਵਿਆਖਿਆ ਇਸ ਜਗ੍ਹਾ ਦੇ ਉੱਪਰ ਲਿਖਣ ਦੀ ਕੋਸ਼ਿਸ਼ ਕਰਨੀ ਹੈ। ਤਾਂ ਇਸੇ ਤਰੀਕੇ ਨਾਲ ਬਾਕੀ ਜਿਹੜੀਆਂ ਗੁਰੂ ਰਾਮਦਾਸ ਜੀ ਦੀਆਂ ਕਵਿਤਾਵਾਂ ਰਹਿ ਗਈਆਂ ਹਨ ਉਹ ਅਗਲੀ ਵੀਡੀਓ ਦੇ ਵਿੱਚ ਕਰਾਉਣ ਦੀ ਕੋਸ਼ਿਸ਼ ਕਰਾਂਗੇ। ਉਨੀ ਦੇਰ ਤੱਕ ਤੁਸੀਂ ਇਹ ਕਵਿਤਾਵਾਂ ਔਰ ਇਹਨਾਂ ਦੇ ਪ੍ਰਸੰਗ ਵਿਆਖਿਆ ਆਪਣੀ ਕਾਪੀ ਦੇ ਉੱਪਰ ਨੋਟ ਕਰ ਲੈਣੇ ਹਨ। ਧੰਨਵਾਦ ਜੀ।